ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਿਉ ਜਾਨਹੁ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਨਹੁ ਅਸੰਖ ਅਵਗਨ ਮੇਰਿਆ ਅਸੰਖੇ ਅਵਗਨ ਖਦੇ ਫੇਰੇ ਨਿਤ ਪ੍ਰਤ ਸਾਧ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਕੁਲੀਐ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੋ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਬਹੁਤੇ ਫੇਰ ਪੈ ਕਿਰਪਨ ਕਉ ਆਬ ਕਿਛ ਕਿਰਪਾ ਕੀਜੈ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਤੇਰੀ ਸਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖਹੁ ਸਰਮ ਆਸਾੜੀ ਜੀਓ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾ
जिस पास बैठिया सोहीਐ सबना दा जिस पास बैठिया सोहीਐ सबना दा वेसाहु। सतनाम श्री वाहिगुरु साहिब जी। सतगुर को बल जाइए जित मिले परम गत पाइए। सुर नार मुन जन लोच दे सो सतगुर दिया बुझाए जियो। सतगुर को बल जाइए जित मिले परम गत पाइए। सुर नार मुन जन लोच दे सो सतगुर दिया बुझाए जियो। सत संगत कैसी जानिए जिथा एको नाम बखानिया। एको नाम हुक्म है नानक सतगुर दिया बुझाए जियो। सतगुर को बल जाइए। वाहिगुरु जी का खालसा वाहिगुरु जी की फतेह। परम सन्मान सत्कारयोग जुगो जुग अटल शब्द गुरु चवर तखत छत्र दे मालक दसां पातशाहियां दी जोत समरथ परतख हाਜ਼ਰ नाਜ਼ਰ सतगुरु वालीए दो जहां हलत पलत दे रखियक। धन धन साहिब सतगुरु आद श्री गुरु ग्रंथ साहिब जी महाराज। ऐसे दीन दयाल पर उपकारी करना निधान कृपा दी खान सतगुरु पातशाह महाराज जी दी अपरे अपार कृपा रहमत बख्शिश दा सदका श्री दशमेश पिता जी श्री कलगीधर जी पंथ वाली अमृत दे दाते सतगुरु साहिब कमाल बादशाह दरवेश अरशां फरशां दे मालक नीले दे शाहे असवार देग तेग दे तनी मर्द अगमड़े
ਸੋਹਣਿਆਂ ਦੇ ਸਿਰਤਾਜ ਧੰਨ 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 ਸਤਿਗੁਰੂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਤੰਦਰੁਸਤੀ ਕਰਕੇ ਸਾਹਿਬਾਂ ਜੀ ਦੇ ਮਹਾਨ ਪਾਵਨ ਸਥਾਨ 'ਤੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੇ ਦਰਸ਼ਨ ਪਰਸਨ ਕਰਕੇ ਸਤਿਗੁਰੂ ਜੀ ਦੀ ਪਾਵਨ ਗੁਰਸੰਗਤ ਵਿੱਚ ਬੈਠ ਕੇ ਸਾਹਿਬਾਂ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਦਿਆਂ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਤੁਰ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਰੋਜ਼ਾਨਾ ਹੀ ਅੰਮ੍ਰਿਤ ਵੇਲੇ ਤੋਂ ਸੱਜ ਰਹੇ ਸੁੰਦਰ ਦੀਵਾਨ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਦੀ ਸੰਪੂਰਨਤਾ ਤੋਂ ਉਪਰੰਤ ਅੰਮ੍ਰਿਤ ਬਾਣੀ ਦੀ ਵਿਚਾਰ ਹੁੰਦੀ ਹੈ, ਜਿਸ ਬਾਰੇ ਸਾਹਿਬ ਕਹਿੰਦੇ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਜੇਕਰ ਕੋਈ ਸੰਸਾਰ ਦੇ ਅੰਦਰ ਸਰਵੋਤਮ ਉੱਤਮ ਮਹਾਨ ਵਿਚਾਰ ਕਰਨ ਯੋਗ ਹੈ ਤਾਂ ਗੁਰੂ ਤੇ ਸ਼ਬਦ ਦੀ ਵਿਚਾਰ ਹੈ। ਦੁਨੀਆ ਦੀਆਂ ਕਥਾ ਕਹਾਣੀਆਂ ਬਾਰੇ ਸਾਹਿਬ ਕਹਿੰਦੇ ਹੋਰ ਕਥਨੀ ਬਦੋ ਨਾ ਸਗਲੀ ਸ਼ਾਰ। ਬ੍ਰਹਮ ਦੀ ਵਿਚਾਰ, ਸ਼ਬਦ ਦੀ ਵਿਚਾਰ, ਗੁਰੂ ਦੀ ਮੱਤ ਦੀ ਵਿਚਾਰ ਜੋ ਮਨੁੱਖੀ ਜੀਵਨ ਨੂੰ ਪਲਟਾ ਕਰਕੇ ਸੰਸਾਰ ਤੋਂ ਨਿਰੰਕਾਰ ਵਾਲੇ ਪਾਸੇ ਜੋੜਦੀ ਪਹੁੰਚਾਉਂਦੀ ਹੈ। ਸੰਸਾਰ ਦੇ ਕਾਰ ਵਿਹਾਰ ਕਰਦਾ ਹੋਇਆ ਮਨੁੱਖ ਵੀ ਸੁਰਤ ਕਰਕੇ ਮਨ ਕਰਕੇ ਮਾਲਕ ਦੇ ਨਾਲ ਯਾਦ ਕਰਕੇ ਜੁੜਨ ਕਰਕੇ ਜੁੜਦਾ ਹੋਇਆ ਆਪਣੇ ਆਪ ਨੂੰ ਸਫਲਿਆਂ ਕਰ ਲੈਂਦਾ ਹੈ। ਸੋ ਪਿਛਲੇ 2 ਦਿਨ ਤੋਂ ਜੋ ਪਾਵਨ ਸ਼ਬਦ ਦੀ ਵਿਚਾਰ ਪ੍ਰਾਰੰਭ ਹੋਈ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਰਾਗ ਦੇ ਅੰਦਰ ਤੀਜੇ ਘਰ ਸੁਰ ਤਾਲ ਦੇ ਅੰਦਰ ਇਹ ਪਾਵਨ ਸ਼ਬਦ ਉਪਦੇਸ਼ ਉਚਾਰਨ ਕੀਤਾ ਹੈ, ਜਿਸ ਦੇ ਅੰਦਰ ਸਾਹਿਬਾਂ ਨੇ ਬਹੁਤ ਸਾਰੇ ਪੱਖਾਂ ਨੂੰ ਛੋਹਿਆ ਹੈ, ਬਹੁਤ ਸਾਰੇ ਪੱਖਾਂ ਦਾ ਵਰਣਨ ਕੀਤਾ, ਖੁੱਲ੍ਹੀਆਂ ਵਿਚਾਰਾਂ ਸਾਡੀ ਝੋਲੀ ਵਿੱਚ ਪਾਈਆਂ ਹਨ। ਔਰ ਮੁੱਖ ਭਾਵ ਹੈ ਹਉ ਵਾਰੀ ਹਉ ਵਾਰਨੈ ਕੁਰਬਾਨ ਤੇਰੇ ਨਾਮ ਨੂੰ। ਮਨੁੱਖੀ ਜੀਵਨ ਦਾ ਜੋ ਲਕਸ਼ ਹੈ ਉਸ ਤੋਂ ਮਨੁੱਖ ਕਿਤੇ ਭਟਕ ਨਾ ਜਾਏ, ਖੁੰਝ ਨਾ ਜਾਏ, ਘੁੱਸ ਨਾ ਜਾਏ। ਉਹ ਚੇਤੇ ਕਰਵਾਇਆ ਹੈ ਰਹਾਉ ਵਾਲੇ ਮੁੱਖ ਭਾਵ ਬੰਦ ਦੇ ਅੰਦਰ ਕਿ ਮਨੁੱਖ ਮਾਲਕ ਦੀ ਸਿਫਤ ਸਲਾਹ ਕਰਦਾ ਹੋਇਆ ਹਮੇਸ਼ਾ ਹੀ ਉਹਦੇ ਨਾਮ ਤੋਂ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਵੇ, ਸਦਕੇ ਜਾਵੇ, ਬਲਿਹਾਰ ਜਾਏ।
ਬਲਿਹਾਰ ਤੇ ਸਦਕੇ ਉਸ ਤੋਂ ਜਾਇਆ ਜਾਂਦਾ ਹੈ ਜੋ ਆਪਣੇ ਨਾਲੋਂ ਵੱਧ ਮਹਾਨਤਾ ਵਾਲਾ ਉੱਤਮ ਤੇ ਸ੍ਰੇਸ਼ਟ ਪ੍ਰਤੀਤ ਹੋਵੇ। ਜਿਸ ਮਨੁੱਖ ਚੀਜ਼ ਦੀ ਮਨੁੱਖ ਦੇ ਮਨ ਵਿੱਚ ਬਹੁਤੀ ਕਦਰ ਸਨਾਸ਼ ਨਾ ਹੋਵੇ, ਉਸ ਤੋਂ ਮਨੁੱਖ ਕਦੀ ਕੁਰਬਾਨ ਨਹੀਂ ਜਾ ਸਕਦਾ। ਜਿੱਥੇ ਮਾਲਕ ਦੀ ਮਹਾਨਤਾ, ਉਸ ਦੇ ਨਾਮ ਦੀਆਂ ਵਡਿਆਈਆਂ, ਬਰਕਤਾਂ ਤੇ ਬਖਸ਼ਿਸ਼ ਨੂੰ ਵਰਣਨ ਕੀਤਾ ਹੈ, ਨਾਲ ਪ੍ਰੇਰਨਾ ਦਿੱਤੀ ਕਿ ਭਾਈ ਉਸ ਤੋਂ ਸਦਕੇ ਜਾਓ ਜਿਹੜਾ ਫਿਰ ਤੁਹਾਡੇ ਤੋਂ ਵੀ ਸਦਕੇ ਜਾਏ, ਤੁਹਾਡੇ ਤੋਂ ਵੀ ਕੁਰਬਾਨ ਹੋਵੇ ਔਰ ਹਰ ਵਕਤ ਹਰ ਸਮੇਂ ਤੁਹਾਡਾ ਧਿਆਨ ਖਿਆਲ ਰੱਖੇ, ਤੁਹਾਨੂੰ ਪਿਆਰ ਕਰੇ। ਇਹੋ ਜਿਹੀ ਕੋ ਇੱਕ ਹਸਤੀ ਹੈ ਅਕਾਲ ਪੁਰਖ ਸਤਿਗੁਰੂ। ਦੁਨੀਆ ਦੇ ਮਨੁੱਖ ਵੀ ਪਿਆਰ ਤੇ ਮੁਹੱਬਤ ਦਾ ਜ਼ਿਕਰ ਕਰਦੇ, ਪਰ ਲੋੜਾਂ ਤੇ, ਖੁਦਗਰਜ਼ੀਆਂ ਤੇ, ਲੈਣ ਦੇਣ ਤੇ ਸਭ ਕੁਝ ਟਿਕਿਆ ਹੈ। ਇੱਕੋ ਇੱਕ ਮਾਲਕ ਹੀ ਹੈ ਪਰਮੇਸ਼ਰ ਸਤਿਗੁਰੂ, ਜਿਸ ਦਾ ਪਿਆਰ ਸਨੇਹ ਮੁਹੱਬਤ ਕਿਸੇ ਗਰਜ ਤੋਂ ਉੱਪਰ ਉੱਠ ਕਰਕੇ ਕੇਵਲ ਪਿਆਰ, ਆਪਣੇ ਪਿਆਰੇ ਨਾਲ ਪਿਆਰ ਕਰਦੇ ਆ, ਉਸ ਦੀ ਰੱਖਿਆ, ਸਹਾਇਤਾ, ਮਦਦ ਕਰਨੀ, ਇਹ ਉਸ ਦਾ ਸਭ ਤੋਂ ਪਹਿਲਾ ਫਰਜ਼ ਹੈ। ਸੋ ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਦੁਆਰਾ ਸਾਡੀ ਹਿਰਦੇ ਰੂਪੀ ਝੋਲੀ ਦੇ ਵਿੱਚ ਗੁਰਮਤਿ ਦੀ ਵਿਚਾਰ ਬਖਸ਼ਿਸ਼ ਕਰ ਰਹੇ ਨੇ, ਸਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਤੌਫੀਕ ਬਖਸ਼ਣ, ਸੋਝੀ ਬਖਸ਼ਣ, ਭਾਵਨਾ ਬਖਸ਼ਣ, ਜਿਸ ਕਰਕੇ ਗੁਰੂ ਦੇ ਸ਼ਬਦ ਦੀ ਉਪਦੇਸ਼ ਦੀ ਵਿਚਾਰ ਕਰ ਸਕੀਏ, ਸੁਣ ਸਕੀਏ, ਸੰਭਾਲ ਸਕੀਏ, ਕਮਾ ਸਕੀਏ। ਸਭ ਤੋਂ ਪਹਿਲਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਵਿਚਾਰ ਨਾਲ ਸਾਂਝ ਪਾਈਏ, ਗੁਰਮੰਤਰ ਦਾ ਜਾਪ ਕਰੀਏ, ਸਾਰੇ ਜਪੀਏ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕਉ ਬਲ ਜਾਈਐ। ਸਾਹਿਬ ਸਤਿਗੁਰੂ ਧੰਨ 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 ਸਤਿਗੁਰੂ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਸਤਿਗੁਰੂ ਪਰਮੇਸ਼ਰ ਤੋਂ ਬਲਿਹਾਰ ਸਦਕੇ ਜਾਣ ਦੀ ਪ੍ਰੇਰਨਾ ਦੇ ਰਹੇ ਹਨ। ਸਤਿਗੁਰੂ ਦਾ ਗੁਰੂ ਕਿਹੜਾ ਹੈ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ।
ਹੁਣ ਕਈਆਂ ਨੇ ਤਾਂ ਇਹ ਲਿਖ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਸੰਤ ਰੇਨ ਸੀ ਜੀ। ਸੰਤ ਰੇਨ ਨਹੀਂ ਸੀ ਗੁਰੂ। ਗੁਰੂ ਜੋ ਗੁਰੂ ਨਾਨਕ ਦੇ ਪਾਤਸ਼ਾਹ ਦਾ ਹੈ ਉਹਦੇ ਬਾਰੇ ਸਾਹਿਬਾਂ ਨੇ ਆਪ ਦੱਸ ਦਿੱਤਾ ਬਾਣੀ 'ਚ ਥਾਵਾਂ ਥਾਵਾਂ 'ਤੇ। ਸ਼ਬਦ ਗੁਰ ਪੀਰਾ ਗਹਿਰ ਗਭੀਰਾ ਬਿਨ ਸ਼ਬਦੇ ਜਗ ਬਉਰਾਨੰ। ਗੁਰੂ ਹੀ ਸ਼ਬਦ ਪੀਰ ਹੈ। ਸ਼ਬਦ ਵਿੱਚ ਉਹ ਸੱਤਿਆ ਹੈ ਜੋ ਸਮਝੀ ਜਾਂਦੀ ਕਿ ਇੱਕ ਵਿਅਕਤੀਗਤ ਸਰੂਪ ਵਿੱਚ ਵਿਚਰਨ ਵਾਲੇ ਮਹਾਂਪੁਰਸ਼ ਵਿੱਚ ਉਹ ਭਾਵੇਂ ਗੁਰੂ ਦਾ ਦਰਜਾ ਰੱਖਦਾ ਹੋਵੇ, ਭਾਵੇਂ ਉਸ ਨੂੰ ਪੀਰ ਆਖਿਆ ਜਾਏ। ਸਾਹਿਬ ਕਹਿੰਦੇ ਉਹ ਸ਼ਬਦ ਹੀ ਹੈ। ਸ਼ਬਦ ਦੁਆਰਾ ਹੀ ਜਦੋਂ ਕਿਸੇ ਦੇ ਹਿਰਦੇ 'ਚ ਪ੍ਰਕਾਸ਼ ਹੁੰਦਾ ਉਹ ਮਹਾਨ ਪਦ ਨੂੰ ਪਹੁੰਚਦਾ ਹੈ। ਨਾਨਕ ਸਤਿਗੁਰ ਐਸਾ ਜਾਣੀਐ ਕਿਸ ਨੂੰ ਜਾਣਨਾ ਕਰੀਏ, ਜੋ ਸਭ ਸੇ ਲੈ ਮਿਲਾਏ ਜੀਓ। ਜਿਹੜਾ ਸਾਰਿਆਂ ਵਿਛੜਿਆਂ ਹੋਇਆਂ ਨੂੰ ਮਿਲਾ ਲਵੇ। ਕਿਸੇ ਇੱਕ ਫਿਰਕੇ ਨਸਲ ਦਾ ਭਲਾ ਹੀ ਨਹੀਂ ਸਤਿਗੁਰੂ ਕਰਦਾ। ਸਤਿਗੁਰੂ ਸਾਰਿਆਂ ਵਾਸਤੇ ਅਰਦਾਸ ਕਰਦਾ ਹੈ। ਜਿਤ ਦੁਆਰੇ ਉਬਰੈ ਤਿੱਤੈ ਲਿਹੁ ਉਬਾਰ। ਮਾਲਕਾ ਕਿਰਪਾ ਕਰ, ਸਭੇ ਜੀ ਸੰਭਾਲ, ਆਪਣੀ ਮਿਹਰ ਕਰ। ਇਹ ਗੁਰੂ ਦਾ ਸਿਧਾਂਤ ਹੈ। ਮਾਲਕਾ ਤੂੰ ਸਾਰਿਆਂ ਦੀ ਸੰਭਾਲ ਕਰ, ਤੂੰ ਮਿਹਰ ਕਿਰਪਾ ਕਰ। ਅੰਨ ਪਾਣੀ ਮੁੱਚ ਉਪਾਏ, ਦਾਲਦ ਸਭ ਹਰ। ਜਿਨ੍ਹਾਂ ਦਲਿੱਦਰ ਦੁੱਖ ਕਲੇਸ਼ ਮਾਲਕਾ ਕਿਰਪਾ ਕਰ, ਸੰਸਾਰ ਵਿੱਚੋਂ ਦੂਰ ਹੋ ਜਾਏ। ਖੁਸ਼ੀਆਂ ਵਰਤਨ, ਖੇੜਾ ਹੋਵੇ, ਚੜ੍ਹਦੀ ਕਲਾ ਵਰਤੇ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੁਭਾਅ ਤੇ ਧਰਮ ਹੈ ਕਿ ਸਾਰਿਆਂ ਦਾ ਭਲਾ ਚਾਹੁਣਾ। ਐਸਾ ਸਤਿਗੁਰੂ ਜੋ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਉਸ ਤੋਂ ਕਿਉਂ ਨਾ ਬਲਿਹਾਰ ਕੁਰਬਾਨ ਜਾਣਾ ਕਰੀਏ। ਸਤਿਗੁਰ ਕਉ ਬਲ ਜਾਈਏ। ਗੁਰੂ ਅਰਜਨ ਦੇ ਪਾਤਸ਼ਾਹ ਦਾ ਪਾਵਨ ਬਚਨ ਬੜੀ ਵਾਰੀ ਸੁਣਿਆ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਕਿਸ ਗੁਰੂ ਤੋਂ ਬਲਿਹਾਰ ਜਾਈਏ? ਸਾਹਿਬ ਕਹਿੰਦੇ ਜਿਹੜਾ ਆਪ ਮੁਕਤ ਸਰੂਪ ਹੈ, ਜਿਹੜਾ ਆਪ ਬੰਧਨਾਂ ਤੋਂ ਪਰੇ ਹੈ। ਤੇ ਜਿਹੜਾ ਅਜੇ ਆਪ ਬੰਧਨਾਂ ਵਿੱਚ ਹੈ ਉਹ ਲੱਖ ਗੁਰੂ ਖਵਾਵੇ ਪਰ ਉਹ ਗੁਰੂ ਨਹੀਂ ਹੈ। ਗੁਰੂ ਦੀ ਪਰਿਭਾਸ਼ਾ ਆਪ ਜੀ ਨੇ ਬੜੀ ਵਾਰੀ ਬਾਣੀ ਦੁਆਰਾ ਸਰਵਣ ਕੀਤੀ ਹੈ। ਆਪ ਮੁਕਤ ਹੈ, ਕਿਸੇ ਪ੍ਰਕਾਰ ਦਾ ਨੂੰ ਬੰਧਨ ਨਹੀਂ। ਮੋਹਿ ਤਾਰੇ, ਮੈਨੂੰ ਤਾਰਨ ਵਾਲਾ ਹੈ, ਮੇਰਾ ਵੀ ਭਲਾ ਕਰਨ ਵਾਲਾ ਹੈ। ਪਿੱਛੇ ਬਚਨ ਆਇਆ ਸੀ, ਇਹੋ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਨਾ। ਸੰਸਾਰ ਸੜਦਾ ਸੀ, ਦੌੜ ਕੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਗਏ। ਸਤਿਗੁਰੂ ਨੇ ਫਿਰ ਕੀ ਕੀਤਾ? ਸਤਿਗੁਰੂ ਸੱਚ ਦਿੜਾਇਆ, ਸਦਾ ਸੱਚ ਸੰਜਮ ਰਹਿਣਾ। ਸਤਿਗੁਰ ਸੱਚਾ ਹੈ ਬੋਹਿ ਥਾ, ਸਭ ਦੇ ਭਵਜਲ ਤਰਨਾ। ਗੁਰੂ ਉਹ ਜਹਾਜ਼ ਹੈ, ਸਾਹਿਬ ਕਹਿੰਦੇ ਸਤਿਗੁਰੂ, ਜਿਸ ਤੇ ਸਵਾਰ ਹੋ ਕਰਕੇ ਸੰਸਾਰ ਸਾਗਰ ਭਵਜਲ ਤੋਂ ਪਾਰ ਹੋ ਜਾਈਦਾ ਹੈ। ਇਸ ਵਾਸਤੇ ਗੁਰੂ ਹੀ ਉਪਦੇਸ਼ ਸੁਣਾਉਂਦਾ ਹੈ। ਸਤਿਗੁਰੂ ਸ਼ਬਦ ਸੁਨਾਇਆ, ਬਿਨ ਸੱਚੇ ਅਵਰ ਨਾ ਕੋਈ। ਕਿ ਭਾਈ ਸੱਚੇ ਨਾਮ ਸਿਮਰਨ ਤੋਂ ਬਿਨਾਂ ਤੁਹਾਡੇ ਜੀਵਨ ਜ਼ਿੰਦਗੀ ਦਾ ਕੋਈ ਆਸਰਾ ਸੱਚਾ ਨਹੀਂ, ਸਹਾਰਾ ਨਹੀਂ ਹੈ। ਜੋ ਜੀਵਨ ਦੀ ਨੌਕਾ ਨੂੰ, ਜੀਵਨ ਦੀ ਬੇੜੀ ਨੂੰ ਭਵਜਲੋਂ ਪਾਰ ਲੰਘਾ ਸਕੇ, ਉਹ ਸਤਿਗੁਰੂ ਹੀ ਹੈ। ਸੋ ਬਾਣੀ ਦੇ ਅੰਦਰ ਸਤਿਗੁਰੂ ਦੀ ਬੜੀ ਭਾਰੀ ਮਹਿਮਾ ਹੈ। ਪ੍ਰਾਪਤ ਕਦੋਂ ਹੁੰਦਾ ਹੈ? ਨਾਨਕ ਸਤਿਗੁਰੂ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਇਹ ਸੰਗ ਭਲੀ ਪ੍ਰਕਾਰ ਜੋਗ ਜੁੜਨਾ। ਜਿਨ੍ਹਾਂ ਦਾ ਧੁਰੋਂ ਲਿਖਿਆ ਨਾ, ਸਾਹਿਬ ਕਹਿੰਦੇ ਉਹਨਾਂ ਨੂੰ ਹੀ ਸਤਿਗੁਰੂ ਪ੍ਰਾਪਤ ਹੋਇਆ ਹੈ। ਉਹ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ। ਐਸੇ ਸਤਿਗੁਰੂ ਤੋਂ ਸਾਹਿਬ ਕਹਿੰਦੇ ਸਤਿਗੁਰ ਕੋ ਬਲ ਜਾਈਏ। ਉਸ ਗੁਰੂ ਤੋਂ ਬਲਿਹਾਰ ਜਾਈਏ। ਬਾਰ ਨੇ ਬਲਿਹਾਰ ਨੇ ਲੱਖ ਬਰੀਆ, ਨਾਮੋ ਨਾਮ ਸਾਹਿਬ ਕੋ ਪ੍ਰਾਣ ਅਧਰਿਆ। ਉਹ ਸਾਡੇ ਪ੍ਰਾਣਾਂ ਦਾ ਆਸਰਾ ਹੈ, ਸਹਾਰਾ ਹੈ। ਇਸ ਵਾਸਤੇ ਸਤਿਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਈਏ। ਇੱਥੇ ਸਤਿਗੁਰੂ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਵੀ ਹੈ ਤੇ ਸਤਿਗੁਰੂ ਵੀ ਹੈ, ਕਿਉਂਕਿ ਸ਼ਬਦ ਗੁਰੂ ਨਾਨਕ ਦੇ ਪਾਤਸ਼ਾਹ ਦਾ ਹੈ। ਤੇ ਗੁਰੂ ਨਾਨਕ ਦਾ ਸਤਿਗੁਰੂ ਅਕਾਲ ਪੁਰਖ ਹੈ, ਕੋਈ ਵਿਅਕਤੀਗਤ ਵਿੱਚ ਉਹਨਾਂ ਦਾ ਗੁਰੂ ਨਹੀਂ ਹੈ।
ਇਸ ਵਾਸਤੇ ਗੁਰੂ ਨਾਨਕ ਦੇ ਪਾਤਸ਼ਾਹ ਇਹ ਕਹਿ ਰਹੇ ਨੇ, ਸਤਿਗੁਰ ਕੋ ਬਲ ਜਾਈਏ। ਤੇ ਸਤਿਗੁਰੂ ਸੱਚਾ ਗੁਰੂ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਉਸ ਮਹਾਨ ਵਾਹਿਦ ਹਸਤੀ ਤੋਂ, ਉਹ ਸ਼ਕਤੀ ਤੋਂ, ਉਸ ਸਮਰੱਥਾਵਾਨ ਤੋਂ ਸਾਹਿਬ ਕਹਿੰਦੇ ਬਲ ਜਾਈਏ, ਬਲ ਜਾਣਾ ਕਰੀਏ, ਬਲਿਹਾਰ ਜਾਈਏ, ਸਦਕੇ ਜਾਈਏ, ਕੁਰਬਾਨ ਜਾਈਏ। ਸਵਈਆਂ ਦੇ ਵਿੱਚ ਉਹ ਆਪਾਂ ਬਚਨ ਸਰਵਣ ਕੀਤੇ ਸਨ। ਬਲ 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 ਜਾਇਆ, ਵਾਰ ਵਾਰ ਸਾਹਿਬ ਕਹਿੰਦੇ ਸੀ ਕੁਰਬਾਨ ਜਾਂਦੇ, ਸਦਕੇ ਜਾਂਦੇ। ਫਿਰ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬਾਂ ਦੀ ਇੰਨੀ ਭਾਰੀ ਉਸਤਤ ਕੀਤੀ, ਉਹ ਵਾਰ ਵਾਰ ਸਾਹਿਬਾਂ ਤੋਂ ਸਦਕੇ ਹੋਏ। ਸੋ ਸਾਨੂੰ ਪ੍ਰੇਰਨਾ ਦਿੱਤੀ ਕਿ ਭਾਈ ਤੁਸੀਂ ਗੁਰੂ ਤੋਂ ਬਲਿਹਾਰ ਜਾਇਆ ਕਰੋ। ਗੁਰੂ ਅੱਗੇ ਕੇਵਲ ਆ ਕਰਕੇ ਆਪਣੇ ਮਨ ਦੀ ਭੜਾਸ ਹੀ ਨਾ ਕੱਢਿਆ ਕਰੋ ਕਿ ਆਹ ਨਹੀਂ ਦਿੱਤਾ ਤੇ ਉਹ ਨਹੀਂ ਦਿੱਤਾ। ਗਿਲੇ ਗੁਜ਼ਾਰੀਆਂ ਨਾ ਕਰਿਆ ਕਰੋ। ਗਿਲਾ ਤਾਂ ਹਰ ਕੋਈ ਕਰ ਸਕਦਾ ਹੈ, ਲਾਮਾ ਤਾਂ ਹਰ ਕੋਈ ਦੇ ਸਕਦਾ, ਪਰ ਸਦਕੇ ਜਾਣਾ, ਕੁਰਬਾਨ ਜਾਣਾ ਵਿਰਲਿਆਂ ਦੇ ਹਿੱਸੇ ਆਉਂਦਾ। ਨਹੀਂ ਤੇ ਬੰਦੇ ਦੀ ਜ਼ਿੰਦਗੀ ਜਿਹੜੀ ਗਿਲਾ ਕਰਦੇ ਲੰਘ ਜਾਂਦੀ। ਤੇ ਸਾਹਿਬ ਕਹਿੰਦੇ ਗਿਲੇ ਕਰੇਗਾ ਨਾ, ਨਾਰਾਜ਼ਗੀ ਜ਼ਾਹਰ ਕਰੇਗਾ, ਫਿਰ ਤੈਨੂੰ ਹੀ ਘਾਟਾ ਮਿਲੇ ਪਾਏਗਾ। 10 ਵਸਤੂ ਲੈ ਪਾਛੈ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ। 10 ਵਸਤੂਆਂ ਮਾਲਕ ਨੇ ਦਿੱਤੀਆਂ ਤੇ ਉਹਨਾਂ ਨੂੰ ਪਾਛੇ ਪਾ ਦੇਵੇ, ਭੁਲਾ ਦੇਵੇ ਤੇ ਹੋਰ ਹੋਰ ਮੰਗਣਾ ਕਰੇ, ਉਹ ਨਾ ਮਿਲੇ ਤੇ ਆਪਣਾ ਵਿਸ਼ਵਾਸ ਭਰੋਸਾ ਹੀ ਗਵਾ ਬੈਠੇ ਸਤਿਗੁਰੂ ਤੋਂ। ਇੱਕ ਪੀ ਨਾ ਦੇ 10 ਪੀ ਹਿਰਲੇ ਤੋਂ ਮੂੜਾ ਕਹੋਂ ਕਹਾਂ ਕਰ। ਪਹਿਲੀਆਂ 10 ਦਿੱਤੀਆਂ ਖੋਹ ਲਵੇ, ਇੱਕ ਅਗਲੀ ਵੀ ਨਾ ਦੇਵੇ ਤੇ ਤੂੰ ਉਹਦਾ ਕੀ ਵਿਗਾੜ ਲਵੇਂਗਾ। ਇਸ ਵਾਸਤੇ ਗਿਲੇ ਕਰਨੇ ਛੱਡ ਕੇ, ਗੁਜ਼ਾਰੀਆਂ ਗਿਲੇ ਗੁਜ਼ਾਰੀਆਂ, ਇਹ ਸਭ ਕੁਝ ਛੱਡ ਕੇ ਸ਼ੁਕਰਾਨੇ ਵਿੱਚ ਆਓ, ਧੰਨਵਾਦ ਕਰੋ। ਤੇ ਧੰਨਵਾਦ ਉਦੋਂ ਹੀ ਹੁੰਦਾ ਜਦੋਂ ਕੋਈ ਬਲਿਹਾਰ ਜਾਵੇ, ਸਦਕੇ ਜਾਵੇ। ਸਿਰ ਦੇ ਵਿੱਚੋਂ ਧੰਨਵਾਦ ਦੇ ਰੱਬੀ ਬੋਲ ਨਿਕਲਦੇ ਨੇ। ਤੇ ਸਾਹਿਬ ਕਹਿ ਰਹੇ ਨੇ ਇਹੋ ਜਿਹੇ ਮਹਾਂਪੁਰਖ ਸਤਿਗੁਰੂ ਤੋਂ ਭਾਈ ਬਲਿਹਾਰ ਕੁਰਬਾਨ ਜਾਣਾ ਕਰੋ। ਕਿਹੜਾ ਸਤਿਗੁਰੂ? ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਜਿਤ ਮਿਲੇ ਪਰਮ ਗਤ ਪਾਈਐ। ਜਿਤ ਜਿਸ ਸਤਿਗੁਰੂ ਨੂੰ ਮਿਲਿਆ, ਮਿਲ ਜਾਈਏ। ਮਿਲਣ ਕਰਕੇ, ਮਿਲਣ ਦੁਆਰਾ ਕੀ ਪ੍ਰਾਪਤ ਹੁੰਦਾ? ਸਾਹਿਬ ਕਹਿੰਦੇ ਪਰਮ ਗਤ। ਪਰਮ ਦਾ ਅਰਥ ਹੁੰਦਾ ਸਭ ਤੋਂ ਵੱਡੀ, ਗਤ ਦਾ ਅਰਥ ਹੁੰਦਾ ਅਵਸਥਾ। ਗਤ ਸ਼ਬਦ ਬਾਣੀ ਅੰਦਰ ਬਹੁ ਅਰਥਾਂ ਵਿੱਚ ਵਰਤਿਆ। ਗਤ ਦਾ ਅਰਥ ਚਾਲ ਵੀ ਹੁੰਦਾ ਹੈ, ਗਤ ਦਾ ਅਰਥ ਮਰਿਆਦਾ ਵੀ ਹੁੰਦਾ ਹੈ, ਗਤ ਦਾ ਅਰਥ ਮੁਕਤੀ ਵੀ ਹੈ। ਹਰ ਪ੍ਰਕਾਰ ਦੇ ਬੰਧਨ ਤੋਂ ਮੁਕਤ ਹੋ ਜਾਣਾ ਨੂੰ ਗਤ ਗਤੀ ਕਹਿੰਦੇ ਹਨ। ਸੋ ਸਾਹਿਬ ਕਹਿੰਦੇ ਜਿਤ ਮਿਲਿਆ, ਜਿਸ ਸਤਿਗੁਰੂ ਨੂੰ ਮਿਲਣ ਕਰਕੇ ਪਰਮ ਗਤ ਪਾਈਏ। ਪਰਮ ਗਤੀ ਉੱਚੀ ਆਤਮਿਕ ਅਵਸਥਾ, ਜਿਹਨੂੰ ਤੁਰੀਆ ਪਦ, ਚੌਥਾ ਪਦ ਆਖਿਓ, ਪਾਈਏ ਪਾ ਲਈਦੀ ਹੈ। ਭਾਈ ਸਾਹਿਬ ਭਾਈ ਕਦਾਰੀ ਹੋਏ ਨੇ ਇੱਕ ਗੁਰੂ ਕੇ ਸਿੱਖ, ਦੂਜੇ ਪਾਤਸ਼ਾਹ ਦੇ ਸਮੇਂ। ਉਹਨਾਂ ਇੱਕ ਵਾਰੀ ਸਾਹਿਬਾਂ ਨੂੰ ਪੁੱਛਿਆ ਸੀ, ਮਹਾਰਾਜ ਇਹ ਜਦੋਂ ਜੰਗਲ ਨੂੰ ਅੱਗ ਲੱਗੇ, ਜਿੰਨੇ ਚੌ ਪਾਏ ਜਾਨਵਰ ਹੁੰਦੇ ਨੇ ਉਹ ਛਾਲਾਂ ਮਾਰਦੇ ਦੌੜਦੇ ਨੇ, ਕਿਸੇ ਨਦੀ ਦਾ ਰੁੱਖ ਕਰਦੇ, ਬਚਾਅ ਹੋ ਜਾਏ, ਪਾਣੀ ਦਾ ਸਹਾਰਾ ਲੈਂਦੇ ਹਨ। ਤੇ ਸੰਸਾਰ ਵੀ ਇੱਕ ਜੰਗਲ ਦੀ ਨਿਆਈ ਹੈ। ਇਸ ਨੂੰ ਅੱਗ ਲੱਗੀ ਵੇਸ਼ਿਆਂ ਵਿਕਾਰਾਂ ਦੀ, ਔਗੁਣਾਂ ਦੀ, ਕਾਮ ਕ੍ਰੋਧ ਮੋਹ ਹੰਕਾਰ ਦੀ, ਸ਼ਬਦ ਸਪਰਸ਼ ਰਸ ਰੂਪ ਗੰਧ ਦੀ। ਫਿਰ ਤੁਹਾਡਾ ਸਿੱਖ ਕਿੱਥੇ ਜਾਏ? ਤੇ ਸਾਹਿਬਾਂ ਨੇ ਸਮਝਾਇਆ ਸੀ, ਭਾਈ ਕਦਾਰੀ ਗੁਰੂ ਨੇ ਇੱਕ ਨਦੀ ਚਲਾਈ ਹੈ। ਉਹ ਨਦੀ ਕਿਹੜੀ ਹੈ? ਸਤ ਸੰਗਤ ਦੀ ਨਦੀ। ਉਸ ਵਿੱਚ ਨਾਮ ਦਾ ਪਾਣੀ ਹੈ, ਨਾਮ ਦਾ ਜਲ ਹੈ। ਜਦੋਂ ਸਮਝ ਪੈ ਜਾਏ ਕਿ ਵਿਕਾਰਾਂ ਦੀ ਅੱਗ ਸੰਸਾਰ ਜੰਗਲ ਨੂੰ ਲੱਗੀ ਤੇ ਅਸੀਂ ਸੜਦੇ ਪਏ ਹਾਂ, ਗੁਰੂ ਕਾ ਸਿੱਖ ਦੌੜ ਕੇ, ਜਿਹੜਾ ਹੁਣੇ ਬਚਨ ਸੁਣਿਆ ਨਾ, ਭੱਜ ਪਏ ਸਤਿਗੁਰ ਸਰਨਾ। ਦੌੜ ਕਰਕੇ ਜਿੰਨਾ ਤੇਜ਼ ਭੱਜਿਆ ਜਾਏ। ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਕਦਾਰੀ ਜੀ ਦੇ ਤਾਈ ਸਾਧ ਸੰਗਤ ਰੂਪੀ ਨਦੀ ਹੈ, ਨਾਮ ਦਾ ਜਲ ਲਬਾਲਬ ਭਰਿਆ ਹੈ। ਜਦੋਂ ਵੇਖੋ ਕਿ ਸੜਦੇ ਹਾਂ ਤਾਂ ਫਿਰ ਇਸ ਨਦੀ ਦਾ ਸਹਾਰਾ ਲਓ। ਸਾਧ ਸੰਗਤ ਦੀ ਨਦੀ ਵਿੱਚ ਗੁਰੂ ਦੀ ਚਲਾਈ ਵਹਾਈ ਨਦੀ 'ਚ ਭੱਜ ਕੇ ਆ ਜਾਓ, ਬੈਠ ਜਾਓ। ਨਾਮ ਦੇ ਜਲ ਨਾਲ ਜਦੋਂ ਇਸ਼ਨਾਨ ਹੋਵੇਗਾ, ਤੁਸੀਂ ਔਗੁਣਾਂ ਦੀ, ਵਿਕਾਰਾਂ ਦੀ ਤਪਸ਼ ਤੋਂ, ਸੜਨ ਤੋਂ ਬਚ ਜਾਓਗੇ। ਫਿਰ ਉਹ ਅਵਸਥਾ ਮਿਲਦੀ ਹੈ ਜਿਹਦਾ ਇੱਥੇ ਜ਼ਿਕਰ ਕੀਤਾ, ਜਿਤ ਮਿਲਿਆ ਪਰਮ ਗਤ ਪਾਈਏ।
ਪਰਮ ਗਤੀ ਉੱਚੀ ਆਤਮਿਕ ਅਵਸਥਾ, ਜਿੱਥੇ ਔਗਣ ਵਿਕਾਰ ਬੁਰਾਈਆਂ ਛੋਂਦੇ ਨਹੀਂ। ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਉੱਥੇ ਖੈਰ ਸੁਖ ਆਨੰਦ ਹੈ ਉਸ ਪਰਮ ਅਵਸਥਾ ਵਿੱਚ। ਉਹਦਾ ਨਾਮ ਕੀ ਕਹਿੰਦੇ? ਬੇਗਮ ਪੁਰਾ ਸਹਿਰ ਕੋ ਨਾਮ, ਜਿੱਥੇ ਗਮ ਹੈ ਹੀ ਨਹੀਂ, ਦੁੱਖ ਹੈ ਹੀ ਨਹੀਂ। ਦੁੱਖ ਅੰਧੋ ਨਹੀਂ ਤੇ ਠਾਓ, ਉਸ ਥਾਂ ਤੇ ਨਾ ਕੋਈ ਦੁੱਖ, ਨਾ ਕੋਈ ਛਲ ਫਰੇਬ ਧੋਖਾ, ਨਾ ਕੋਈ ਚਿੰਤਾ, ਨਾ ਕੋਈ ਫਿਕਰ, ਨਾ ਤਸਵੀਰ ਸਿਖਰਾਜ, ਨਾ ਮਾਲ। ਉੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ, ਕੋਈ ਕਿਸੇ ਤਰ੍ਹਾਂ ਦਾ ਕੋਈ ਹੋਰ ਲੈਣ ਦੇਣ ਨਹੀਂ। ਖੌਫ ਨਾ ਖਤਾ ਨਾ ਤਰਸ ਜਵਾਲ, ਕੋਈ ਡਰ ਭੈ ਉੱਥੇ ਵਿਆਪਦਾ ਹੀ ਨਹੀਂ। ਉਹ ਅਵਸਥਾ ਹੈ ਪਰਮਗਤ। ਮਿਲਦੀ ਕਿਵੇਂ? ਸਾਹਿਬ ਕਹਿੰਦੇ ਜਿਤ ਮਿਲਿਆ, ਜਿਸ ਸਾਹਿਬ ਸਤਿਗੁਰੂ ਨੂੰ ਮਿਲ ਕੇ ਪਰਮਗਤ ਪਾਈਏ, ਪਰਮਗਤੀ ਪਾ ਲਈਦੀ ਹੈ, ਪ੍ਰਾਪਤ ਹੋ ਜਾਂਦੀ। ਬੇਅੰਤ ਗੁਰੂ ਕੇ ਸਿੱਖਾਂ ਨੂੰ ਇਹ ਪਰਮਗਤੀ ਪ੍ਰਾਪਤ ਹੋਈ ਸੱਚੇ ਸਾਹਿਬ ਦੁਆਰਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੋਜੇ ਨਾਮ ਦੇ ਮੁਸਲਮਾਨ ਉੱਪਰ ਕਿਰਪਾ ਕਰ ਦਿੱਤੀ। ਪਰਮਗਤੀ ਅਵਸਥਾ ਵਿੱਚ ਪ੍ਰਾਪਤ ਹੋ ਕੇ ਖੇਡਦਾ ਸੀ। ਜਾਨੀ ਉਹਦਾ ਦੋਸਤ ਹੀ, ਉਹਨੇ ਵੇਖਿਆ, ਕਹਿਣ ਲੱਗਾ ਤੈਨੂੰ ਕਿੱਥੋਂ ਮਿਲਿਆ? ਉਹ ਕਹਿਣ ਲੱਗਾ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ। ਤੇ ਕੀ ਉਹ ਗੈਰ ਧਰਮ ਵਾਲਿਆਂ ਤੇ ਵੀ ਕਿਰਪਾ ਕਰ ਦਿੰਦੇ? ਕਹਿੰਦੇ ਨਹੀਂ, ਉਹਦੇ ਵਾਸਤੇ ਕੋਈ ਗੈਰ ਹੈ ਹੀ ਨਹੀਂ, ਸਾਰੇ ਆਪਣੇ ਜਿਹੜਾ ਉਹਦਾ ਬਣ ਜਾਏ ਉਹਦੇ ਤੇ ਕਿਰਪਾ ਹੋ ਜਾਂਦੀ। ਫਿਰ ਜਾਨੀ ਆਇਆ ਸ੍ਰੀ ਹਰਗੋਬਿੰਦਪੁਰੇ ਵਾਲੇ ਸਥਾਨ ਤੇ ਇੱਕੋ ਹੀ ਪਾਠ ਕੀਤਾ ਸੀ ਉਹਨੇ, ਜਾਨੀ ਕੋ ਜਾਨੀ ਮਿਲਾ ਦੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹਦੇ ਤੇ ਕਿਰਪਾ ਕੀਤੀ, ਪਰਮ ਗਤੀ ਨੂੰ ਪ੍ਰਾਪਤ ਹੋ ਗਿਆ। ਇਹੋ ਜਿਹੇ ਇੱਕ ਨਹੀਂ, ਪਤਾ ਨਹੀਂ ਕਿੰਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਿੱਖੀ ਮੰਡਲ ਵਿੱਚ ਲਿਆਂਦੇ ਜਿਹੜੇ ਗੈਰ ਧਰਮਾਂ ਵਾਲੇ ਸਨ। ਕਦੋਂ ਪ੍ਰਾਪਤੀ ਹੋਈ? ਸਾਹਿਬ ਕਹਿੰਦੇ ਜਿਸ ਸ਼ਹਿਨਸ਼ਾਹ ਸਤਿਗੁਰੂ ਨੂੰ ਮਿਲ ਕੇ ਉਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਪਾ ਲਈਦੀ ਹੈ। ਉਹ ਸਤਿਗੁਰੂ ਦੀ ਕਿਰਪਾ ਦੁਆਰਾ ਇਸ ਮਹਾਨ ਅਵਸਥਾ ਨੂੰ ਪਾਇਆ ਜਾਂਦਾ ਹੈ। ਸੁਰ ਨਾਰ ਮੁਨ ਜਨ ਲੋਚਦੇ, ਸੋ ਸਤਿਗੁਰ ਦੀਆ 부ਝਾਏ ਜੀਓ। ਸੁਰ ਕਹਿੰਦੇ ਨੇ ਦੇਵਤਿਆਂ ਨੂੰ, ਨਰ ਅਸੀਂ ਮਨੁੱਖ। ਮੁਨ ਕਹਿੰਦੇ ਮੁਨੀਆਂ ਨੂੰ। ਪੁਰਾਣੇ ਸਮੇਂ 'ਚ ਬੜੇ ਤਪਸਵੀ ਮੁਨੀ ਰਿਸ਼ੀ ਸਨ। ਜਨ ਕਹਿੰਦੇ ਸੇਵਕਾਂ ਨੂੰ। ਲੋਚਦੇ ਕਹਿੰਦੇ ਨੇ ਚਾਹੁੰਦਿਆਂ ਨੂੰ। ਲੋਚਦੇ ਨੇ, ਚਾਹੁੰਦੇ ਨੇ, ਇੱਛਾ ਕਰਦੇ ਤਾਂ ਕਰਦੇ ਨੇ। ਬੜੇ ਲੋਕ ਨੇ ਜਿਨ੍ਹਾਂ ਵਿੱਚ ਦੇਵਤੇ ਵੀ ਨੇ, ਮੁਨੀ ਵੀ ਹਨ, ਜਨ ਵੀ ਹਨ, ਨਰ ਵੀ ਹਨ। ਇਹ ਕੀ ਕਰਦੇ, ਕੀ ਚਾਹੁੰਦੇ? ਸਾਹਿਬ ਕਹਿੰਦੇ ਲੋਚਦੇ ਨੇ। ਕੀ ਲੋਚਦੇ ਨੇ? ਪਰਮ ਗਤੀ ਵਾਲੀ ਅਵਸਥਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ, ਨਾਮ ਨੂੰ ਚਾਹੁੰਦੇ ਨੇ, ਅੰਮ੍ਰਿਤ ਨੂੰ ਚਾਹੁੰਦੇ ਹਨ, ਖੇੜੇ ਵਾਲੀ ਅਵਸਥਾ ਪ੍ਰਾਪਤ ਕਰਨੀ ਚਾਹੁੰਦੇ ਹਨ। ਸਾਹਿਬ ਕਹਿੰਦੇ ਜਿਹਨੂੰ ਆਹ ਲੋਕ ਲੋਚਦੇ ਸੀ ਨਾ, ਸੋ ਸਤਿਗੁਰ ਦੀਆ 부ਝਾਏ ਜੀਓ। ਸੋ ਉਸ ਮਹਾਨ ਅਵਸਥਾ ਨੂੰ ਸੱਚੇ ਸਤਿਗੁਰੂ ਨੇ ਦੀਆ ਦੇ ਦਿੱਤਾ। 부ਝਾਏ ਦਾ ਅਰਥ ਹੁੰਦਾ ਸਮਝਾ ਦੇਣਾ। ਇੱਕ ਤਾਂ ਹੁੰਦਾ ਨਾ ਨਗਰ ਬਾਰੇ ਕਿਸੇ ਬਾਰੇ ਦੱਸ ਦੇਣਾ, ਜੀ ਆਹ ਰਸਤਾ ਜਾਂਦਾ ਹੈ, ਪਹੁੰਚ ਜਾਓ ਉੱਥੇ। ਇੱਕ ਬਾਂਹ ਫੜ ਕੇ ਉੱਥੇ ਲੈ ਜਾਣਾ, ਸਭ ਕੁਝ ਵਿਖਾ ਦੇਣਾ। ਗੁਰੂ ਅਜਿਹਾ ਹੀ ਕਰਦਾ। ਗੁਰੂ ਕੇਵਲ ਦੱਸ ਨਹੀਂ ਪਾਉਂਦਾ, ਗੁਰੂ ਪਹੁੰਚਾ ਦਿੰਦੇ ਹਨ। ਗੁਰੂ ਦਾ ਉਹ ਆਪਣਾ ਨਗਰ ਹੈ। ਸੋ ਸਤਿਗੁਰ ਦੀਆ 부ਝਾਏ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਅਵਸਥਾ ਨੂੰ ਸਮਝਾ ਦਿੱਤਾ, ਵਿਖਾ ਦਿੱਤਾ। ਪਾਵਨ ਬਾਣੀ ਆਨੰਦ ਸਾਹਿਬ ਦੇ ਅੰਦਰ ਨਿਤਨੇਮ ਕਰਨ ਵਾਲੇ ਸਿੱਖ ਰੋਜ਼ ਪੜ੍ਹਦੇ ਨੇ, ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਕਦੋਂ ਸੱਚਾ ਮਨ ਵਸਾਇਆ। ਲੋਚਦੇ, ਚਾਹੁੰਦੇ, ਖੋਜਦੇ, ਭਾਲਦੇ ਤਾਂ ਸਾਰੇ ਹੀ ਹਨ, ਪਰ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਸੋ ਸਤਿਗੁਰੂ ਦੀਆ 부ਝਾਏ, ਜੋ ਸਤਿਗੁਰੂ ਨੇ ਵਿਖਾ ਦਿੱਤਾ, ਸਮਝਾ ਦਿੱਤਾ। ਸਤ ਸੰਗਤ ਕੈਸੀ ਜਾਣੀਐ। ਜਿਗਿਆਸੂ ਮੁਖ ਦੁਆਰਾ ਇਹ ਸਵਾਲ ਪ੍ਰਸ਼ਨ ਹੈ। ਮਹਾਰਾਜ ਜੀ ਜਿਹੜੀ ਸੱਤ ਦਾ ਮਿਲਾਪ ਕਰਾਉਣ ਵਾਲੀ ਸੰਗਤ ਹੈ, ਕੈਸੀ ਕਿਹੋ ਜਿਹੀ ਜਾਣੀਏ? ਜਾਣੀ ਜਾਂਦੀ ਹੈ, ਜਾਣਨਾ ਕਰੀਏ, ਸਮਝਣਾ ਕਰੀਏ। ਜਿਸ ਸੰਗਤ ਦੁਆਰਾ ਸੱਤ ਦਾ ਮਿਲਾਪ ਹੋ ਜਾਏ। ਸਤ ਸੰਗਤ ਦਾ ਅਰਥ ਕੀ ਹੈ? ਸਤ ਕਹਿੰਦੇ ਪ੍ਰਮਾਤਮਾ ਨੂੰ, ਸਤਿਗੁਰੂ ਨੂੰ। ਸੰਗਤ ਦਾ ਅਰਥ ਹੁੰਦਾ ਇਕੱਠ। ਤੇ ਇਕੱਠ ਤਾਂ ਰੇਲਵੇ ਸਟੇਸ਼ਨਾਂ ਤੇ ਬੜੇ ਸਾਰੀ ਰਾਤ ਲੋਕ ਜਾਗਦੇ ਰਹਿੰਦੇ। ਕਿਤੇ ਹਵਾਈ ਜਹਾਜ਼, ਹਵਾਈ ਅੱਡੇ ਤੇ ਚਲੇ ਜਾਓ, ਉੱਥੇ ਪਤਾ ਨਹੀਂ ਐ ਜਾਪਦਾ ਸਾਰੇ ਲੋਕ ਇੱਥੇ ਆ ਗਏ। ਬੱਸ ਅੱਡਿਆਂ ਤੇ ਚਲੇ ਜਾਓ, ਬੜੀ ਲੋਕਾਂ ਦੀ ਭੀੜ ਹੈ।
ਇਹੋ ਜਿਹੇ ਇਕੱਠ ਨੂੰ ਕਿਤੇ ਸਤ ਸੰਗਤ ਦਾ ਨਾਮ ਨਹੀਂ ਦਿੱਤਾ ਸਾਹਿਬਾਂ ਨੇ। ਨਾ ਉਹ ਸਤ ਸੰਗਤ ਹੁੰਦੀ ਹੈ, ਉਹ ਕੇਵਲ ਇਕੱਠ ਹੋ ਸਕਦਾ ਹੈ, ਲੋਕਾਂ ਦੀ ਭੀੜ ਹੋ ਸਕਦੀ ਹੈ। ਫਿਰ ਸਤ ਸੰਗਤ ਕਿਹੜੀ ਹੈ, ਉਹਦਾ ਜ਼ਿਕਰ, ਉਹਦਾ ਖੁਲਾਸਾ ਸਾਹਿਬਾਂ ਨੇ ਇਸ ਸ਼ਬਦ ਦੁਆਰਾ ਕੀਤਾ ਹੈ। ਇਹ ਪ੍ਰਸ਼ਨ ਹੈ, ਸਵਾਲ ਹੈ ਕਿ ਸਤ ਸੰਗਤ ਕੈਸੀ ਕੈਸੀ ਭਾਵ ਕਿਹੋ ਜੀ, ਕਿਸ ਤਰ੍ਹਾਂ ਦੀ ਜਾਣੀਏ, ਜਾਣੀ ਜਾਂਦੀ, ਜਨ ਨਾ ਕਰੀਏ, ਸਮਝ ਨਾ ਕਰੀਏ। ਜਿੱਥੈ ਏਕੋ ਨਾਮ ਵਖਾਣੀਐ। ਜਗਿਆਸੂ ਮੁਖ ਦੁਆਰਾ ਪ੍ਰਸ਼ਨ ਸੀ, ਸਵਾਲ ਸੀ, ਤੇ ਗੁਰੂ ਮੁਖ ਦੁਆਰਾ ਹੁਣ ਸਾਹਿਬਾਂ ਨੇ ਪੰਕਤੀ ਉਚਾਰਨ ਕਰਕੇ ਇਸ ਦਾ ਖੁਲਾਸਾ ਕੀਤਾ। ਆਪ ਹੀ ਸਾਹਿਬ ਜੋ ਪ੍ਰਸ਼ਨ ਹੁੰਦਾ ਜਗਿਆਸੂਆਂ ਦਾ, ਉਹ ਆਪ ਹੀ ਉਚਾਰਦੇ ਨੇ। ਇਹਦਾ ਭਾਵ ਇਹ ਨਹੀਂ ਸਮਝ ਲੈਣਾ ਕਿ ਜਗਿਆਸੂਆਂ ਦੇ ਹਿਰਦੇ ਵਿੱਚ ਇਹ ਪੈਦਾ ਹੋਇਆ ਸੀ ਕਿ ਸਤ ਸੰਗਤ ਕੈਸੀ ਜਾਣੀ। ਸਿੱਖਾਂ ਦੇ ਸਵਾਲ ਬਹੁਤ ਸਾਰੇ ਨੇ, ਇਹ ਬਾਣੀ ਸਾਰੀ ਸਤਿਗੁਰੂ ਦੀ ਹੈ। ਆਪ ਹੀ ਸਾਹਿਬ ਸਵਾਲ ਕਰਦੇ, ਆਪ ਹੀ ਜਵਾਬ ਦਿੰਦੇ। ਇਹ ਸਿੱਖਾਂ ਦੀਆਂ ਭਾਵਨਾਵਾਂ ਹੁੰਦੀਆਂ ਜਿਨ੍ਹਾਂ ਨੂੰ ਸਾਹਿਬ ਵਿਅਕਤ ਕਰਦੇ ਨੇ, ਨਿਰੂਪਣ ਕਰਦੇ ਹਨ। ਕਿਹੋ ਜੀ ਸਤ ਸੰਗਤ ਜਨ ਨਾ ਕਰੀਏ, ਸਾਹਿਬ ਕਹਿੰਦੇ ਜਿੱਥੇ ਇੱਕੋ ਨਾਮ ਵਖਾਣੀਏ। ਜਿੱਥੇ ਇੱਕ ਨਾਮ ਦਾ ਵਖਿਆਨ, ਵਖਾਣੀਏ ਦਾ ਅਰਥ ਕੀ ਹੁੰਦਾ? ਵਖਾਣ, ਵਖਿਆਨ ਕਰਨਾ, ਕਥਨ ਕਰਨਾ, ਬਿਆਨ ਕਰਨਾ, ਨਿਰੂਪਣ ਕਰਨਾ। ਉਸ ਨੂੰ ਸਾਹਿਬ ਕਹਿੰਦੇ ਸਤ ਸੰਗਤ ਜਨ ਨਾ ਕਰੀਏ, ਜਿੱਥੇ ਇੱਕੋ ਨਾਮ, ਇੱਕ ਨਾਮ ਦੀ ਗੱਲ ਹੁੰਦੀ ਹੋਵੇ। ਜਿੱਥੇ ਇਹ ਗੱਲ ਨਾ ਹੁੰਦੀ ਹੋਵੇ ਜੀ, ਐਰਕੀ ਤਾਂ ਸਰਕਾਰ ਨੇ ਕਹਿ ਦਿੱਤਾ ਜੀ 20 ਜੂਨ ਨੂੰ ਝੋਨਾ ਲਾਓ, ਸਾਨੂੰ ਤਾਂ ਲਾ ਲੈਣਾ ਚਾਹੀਦਾ, ਅੱਗੇ ਤਾਂ ਆਪਾਂ 10 ਨੂੰ ਲਾਉਂਦੇ ਹੁੰਦੇ। ਜੇ ਸੰਗਤ ਵਿੱਚ ਆ ਕੇ ਇਹੋ ਜਿਹੀ ਗੱਲ ਬਾਹਰ ਚੱਲਦੀ ਤੇ ਉਹਨੂੰ ਸਤ ਸੰਗਤ ਨਹੀਂ ਕਹਿੰਦੇ। ਹਾਂ, ਘਰ ਬਾਹਰ ਕਿਵੇਂ ਹੈ, ਹੁਣ ਗੁਰੂ ਘਰ ਹੀ ਆ ਕੇ ਪੁੱਛਣਾ ਸਾਰਾ ਕੁਛ ਹੈ। ਬੜਾ ਐਸਾ ਵੇਖਣ ਵਿੱਚ ਆਉਂਦਾ ਹੈ, ਆਪਣੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ। ਕਿਤੇ ਪਰਿਵਾਰ ਦੀ ਗੱਲ, ਕਿਤੇ ਸਮਾਜ ਦੀ ਗੱਲ, ਕਿਤੇ ਆਰਥਿਕ ਹਾਲਾਤਾਂ ਦੀ ਗੱਲ, ਕਿਤੇ ਰਾਜਨੀਤੀ ਦੀ ਗੱਲ, ਆਤਮਾ ਦੀ ਗੱਲ ਫਿਰ ਕਿੱਥੇ ਹੋਵੇ। ਕਿਤੇ ਅਖਬਾਰਾਂ ਦੀਆਂ ਸੁਰਖੀਆਂ ਦੀਆਂ ਗੱਲਾਂ, ਆਹ ਖਬਰ ਛਪ ਗਈ ਹੈ, ਆਹ ਹੋ ਗਿਆ, ਆਹ ਹੋ ਗਿਆ। ਕਿ ਇਹੋ ਜਿਹੇ ਮੇਲ ਮਿਲਾਪ ਨੂੰ ਸਤ ਸੰਗਤ ਕਹਿੰਦੇ। ਗੁਰੂ ਸਾਹਿਬ ਕਹਿੰਦੇ ਭਾਈ ਨਹੀਂ, ਕਦੀ ਭੁੱਲ ਨਾ ਕਰਨੀ। ਜਿੱਥੇ ਇੱਕੋ ਨਾਮ ਉਖਾਣੀਏ। ਇਸੇ ਤਰ੍ਹਾਂ ਹੀ ਭਾਵੇਂ ਦੀਵਾਨ ਸੱਜਾ ਹੋਵੇ ਤੇ ਜਿੱਥੇ ਹੋਰ ਹੀ ਮੈਗੀ ਪਦਾਰਥਾਂ ਦੀ ਵਿਚਾਰ ਚੱਲਦੀ ਹੋਵੇ, ਉਹਨੂੰ ਵੀ ਸਤ ਸੰਗਤ ਨਹੀਂ ਕਿਹਾ ਜਾਂਦਾ, ਭਾਵੇਂ ਦੀਵਾਨ ਕਿਉਂ ਨਾ ਸੱਜਿਆ ਹੋਵੇ। ਇਸੇ ਤਰ੍ਹਾਂ ਸੰਗਤ ਜੁੜੀ ਹੋਵੇ, ਗੱਲਾਂ ਬਾਤਾਂ ਹੋਰ ਚੱਲਦੀਆਂ ਹੋਣ, ਉਹਨੂੰ ਸਤ ਸੰਗਤ ਨਹੀਂ ਕਹਿੰਦੇ। ਸਤ ਸੰਗਤ ਦਾ ਸਰੂਪ ਕੀ ਹੈ, ਪਰਿਭਾਸ਼ਾ ਕੀ, ਡੈਫੀਨੇਸ਼ਨ ਕੀ ਹੈ? ਸਾਹਿਬ ਕਹਿ ਰਹੇ ਜਿੱਥੇ ਇੱਕੋ ਨਾਮ ਵਖਾਣਗੇ। ਜਿੱਥੇ ਕੇਵਲ ਤੇ ਕੇਵਲ ਇੱਕ ਨਾਮ ਦੀ ਕਥਾ ਹੋਵੇ, ਨਾਮ ਦਾ ਵਖਿਆਨ ਹੋਵੇ, ਨਾਮ ਦਾ ਕਥਨ ਕੀਤਾ ਜਾਏ ਕਿ ਨਾਮ ਜਪਣਾ ਚਾਹੀਦਾ ਹੈ, ਨਾਮ ਧਿਆਉਣਾ ਤੇ ਅਰਾਧਨਾ ਚਾਹੀਦਾ ਹੈ। ਨਾਮ ਜਪਦੀਆਂ ਇਹ ਬਰਕਤਾਂ ਤੇ ਬਖਸ਼ਿਸ਼ਾਂ ਹਨ। ਨਾਮ ਤੋਂ ਟੁੱਟੇ ਹੋਏ ਵਿਅਕਤੀ ਦੇ ਜੀਵਨ ਵਿੱਚ ਕੀ ਕੁਛ ਵਰਤਦਾ, ਕਿੰਨੇ ਦੁੱਖ ਕਲੇਸ਼ ਆਉਂਦੇ ਨੇ। ਹਾਂ, ਇਹ ਸਭ ਕੁਛ ਕਥਨ ਕਰਨਾ ਚਾਹੀਦਾ ਹੈ। ਉਹਨੂੰ ਕਹਿੰਦੇ ਨੇ ਸਤ ਸੰਗਤ। ਜਿੱਥੇ ਨਾਮ ਦੀ ਚਰਚਾ, ਨਾਮ ਦੀ ਵਿਚਾਰ ਹੁੰਦੀ ਹੋਵੇ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ 부ਝਾਏ ਜਿਉ। ਫੇਰ ਸਵਾਲ ਪੈਦਾ ਹੋ ਸਕਦਾ ਹੈ ਕਿ ਨਾਮ ਦੀ ਗੱਲ ਕਿਉਂ ਕਰਨੀ ਸਾਧ ਸੰਗਤ ਵਿੱਚ, ਸੰਤ ਸੰਗਤ ਵਿੱਚ? ਕੀ ਹੋਰ ਕੋਈ ਗੱਲ ਨਹੀਂ ਕੀਤੀ ਜਾ ਸਕਦੀ? ਗੁਰੂ ਨਾਨਕ ਦੇ ਪਾਤਸ਼ਾਹ ਕਹਿ ਰਹੇ ਨੇ ਭਾਈ ਮਤਾ ਕਿਤੇ ਤੁਸੀਂ ਹੋਰ ਅੱਗੋਂ ਸਵਾਲ ਕਰਿਓ। ਇੱਕੋ ਨਾਮ ਹੁਕਮ ਹੈ, ਅਕਾਲ ਪੁਰਖ ਦਾ ਹੁਕਮ ਹੈ ਕਿ ਸਤ ਸੰਗਤ ਵਿੱਚ ਆ ਕੇ ਨਾਮ ਦੀ ਗੱਲ ਕਰਨੀ, ਨਾਮ ਦੀ ਵਿਚਾਰ ਕਰਨੀ, ਨਾਮ ਦੀਆਂ ਵਡਿਆਈਆਂ ਕਰਨੀਆਂ। ਇਹ ਹੁਕਮ ਹੈ। ਹੁਣ ਕਲਗੀਧਰ ਪਾਤਸ਼ਾਹ ਨੇ ਨਹੀਂ ਆਖਿਆ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਕਰੋ, ਪਰਿਕਰਮਾ ਕਰਿਆ ਕਰੋ। ਸਾਹਿਬ ਕਹਿੰਦੇ ਨਹੀਂ ਭਾਈ, ਸਭ ਸਿੱਖਣ ਕੋ ਹੁਕਮ ਹੈ। ਕੀ ਹੁਕਮ ਹੈ? ਗੁਰੂ ਮਾਨਿਓ ਗ੍ਰੰਥ। ਬੇਨਤੀ ਨਹੀਂ ਕੀਤੀ। ਬੇਨਤੀ ਹੁੰਦਾ ਅਗਲੇ ਦੀ ਮਰਜ਼ੀ ਮੰਨੇ ਜਾਂ ਨਾ ਮੰਨੇ। ਹੁਕਮ ਦਾ ਅਰਥ ਕੀ ਹੁੰਦਾ? ਆਗਿਆ, ਆਇਸ, ਰਜਾ, ਜਿਹਨੂੰ ਮੰਨਣਾ ਹੀ ਪੈਂਦਾ ਹੈ, ਮੰਨਣਾ ਲਾਜ਼ਮੀ ਹੋਵੇ, ਉਹਨੂੰ ਹੁਕਮ ਆਖਿਆ ਜਾਂਦਾ ਹੈ। ਜਿੱਦਾਂ ਆਮ ਹੀ ਸਰਕਾਰੀ ਅਫਸਰ ਜਿਹੜੇ ਹੁੰਦਾ ਉਹਨਾਂ ਲਿਖਿਆ ਬਕਾਇਦਾ ਹੁਕਮ। ਕਿਸ ਵੱਲੋਂ ਹੁਕਮ ਹੈ? ਇਸ ਅਫਸਰ ਵੱਲੋਂ ਹੁਕਮ ਹੈ ਕਿ ਗੱਲ ਮੰਨੀ ਜਾਏ, ਇੱਥੇ ਆਹ ਕੁਛ ਨਾ ਕੀਤਾ ਜਾਏ। ਇੱਕੋ ਨਾਮ ਹੁਕਮ ਹੈ। ਅਕਾਲ ਪੁਰਖ ਵਾਹਿਗੁਰੂ ਦਾ ਕੀ ਹੁਕਮ ਹੈ ਕਿ ਸਤ ਸੰਗਤ ਵਿੱਚ ਜੁੜ ਕੇ ਇੱਕ ਦਾ ਨਾਮ ਜਪੋ, ਇੱਕ ਦੇ ਨਾਮ ਦਾ ਵਿਖਿਆਨ ਕਰੋ। ਇਹ ਗੱਲ ਸਮਝ ਕਿਵੇਂ ਪਈ?
ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਫਰਮਾ ਰਹੇ ਨੇ, ਸਤਿਗੁਰ ਸੱਚੇ ਸਤਿਗੁਰੂ ਨੇ ਦੀਆ ਦੇ ਦਿੱਤਾ, ਬੁਝਾਏ, ਸਮਝਾ ਦਿੱਤਾ ਕਿ ਭਾਈ ਅਕਾਲ ਪੁਰਖ ਦਾ ਹੁਕਮ ਹੈ ਕਿ ਸਾਧ ਸੰਗਤ 'ਚ ਆ ਕੇ ਨਾਮ ਜਪਿਆ ਜਾਏ। ਇਹ ਪਰਮਾਤਮਾ ਦਾ ਸਾਹਿਬਾਂ ਦਾ ਹੁਕਮ ਹੈ। ਕਿਵੇਂ ਸਤ ਸੰਗਤ 'ਚ ਜੁੜਿਆ ਜਾਏ, ਕਿਵੇਂ ਬੈਠਿਆ ਜਾਏ, ਇਹਦੀ ਉਦਾਹਰਨ ਬਾਣੀ ਵਿੱਚੋਂ ਮਿਲੇਗੀ। ਸਤ ਸੰਗਤ ਮਿਲ ਰਹੀਏ ਮਾਧੋ ਜੈਸੇ ਮਦਪ ਮਖੀਰਾ। ਸ਼ਹਿਦ ਦੀਆਂ ਮੱਖੀਆਂ ਨੂੰ ਕਦੇ ਕਿਸੇ ਨੇ ਨਹੀਂ ਵੇਖਿਆ ਹੋਵੇਗਾ ਕਿ ਉਹਨਾਂ ਡਾਂਗ ਸੋਟਾ ਚੁੱਕਿਆ ਹੋਵੇ, ਇੱਕ ਦੂਜੀ ਨੂੰ ਵੱਢ ਖਾਂਦੀਆਂ ਨਹੀਂ, ਇੱਕ ਦੂਜੀ ਦੇ ਉੱਪਰੋਂ ਲੰਘੀ ਜਾਂਦੀਆਂ ਨੇ, ਬੜਾ ਪਿਆਰ ਹੁੰਦਾ, ਇੱਕੇ ਛੱਤੇ ਵਿੱਚ ਰਹਿੰਦੀਆਂ। ਇੱਕ ਮੱਖੀ ਨੂੰ ਕੋਈ ਹੱਥ ਮਾਰ ਜਾਵੇ ਤੇ ਡੂਮਣਾ ਸਾਰਾ ਹੀ ਆ ਪੈਂਦਾ ਹੁੰਦਾ ਸੀ। ਇੰਨਾ ਉਹਨਾਂ ਦਾ ਏਕਾ ਹੈ ਸ਼ਹਿਦ ਦੀਆਂ ਮੱਖੀਆਂ ਦਾ। ਤੇ ਸਾਹਿਬ ਕਹਿੰਦੇ ਸਤ ਸੰਗਤ ਵਿੱਚ ਆਉਣ ਵਾਲਿਓ, ਜਿਸ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਮਿਲ ਕੇ ਛੱਤੇ 'ਚ ਰਹਿੰਦੀਆਂ, ਪਿਆਰ ਨਾਲ ਇਕੱਠੀਆਂ ਰਹਿ ਕੇ ਸ਼ਹਿਦ ਦਾ ਉਹ ਛੱਲੀ ਤਿਆਰ ਕਰ ਦਿੰਦੀਆਂ ਨਾ, ਜਿਹੜਾ ਸ਼ਹਿਦ ਬੜਾ ਉੱਤਮ ਹੁੰਦਾ ਹੈ। ਪਾਣੀ ਉਸ ਨੂੰ ਨਾ ਲੱਗੇ, ਗਲਤ ਹੱਥਾਂ 'ਚ ਨਾ ਜਾਵੇ ਤੇ ਕਦੀ ਖਰਾਬ ਹੀ ਨਹੀਂ ਹੁੰਦਾ ਉਹ ਸ਼ਹਿਦ। ਇਹੋ ਜਿਹੀ ਉਹ ਵਸਤੂ ਤਿਆਰ ਕਰ ਦਿੰਦੀਆਂ, ਕਦੋਂ? ਜਦੋਂ ਮਿਲ ਕੇ ਕੰਮ ਕਰਦੀਆਂ ਨੇ, ਜੁੜ ਕੇ ਪਿਆਰ ਵਿੱਚ ਰਹਿ ਕੇ। ਇਸੇ ਤਰ੍ਹਾਂ ਸਾਧ ਸੰਗਤ 'ਚ ਮਿਲ ਕਰਕੇ ਜੁੜ ਕਰਕੇ ਨਾਮ ਜਪਿਆ ਜਾਏ ਤੇ ਨਾਮ ਰੂਪੀ ਸ਼ਹਿਦ ਦਾ ਛੱਤਾ ਛੱਲੀ ਤਿਆਰ ਹੋ ਜਾਂਦੀ, ਜਿਹੜੀ ਕਦੇ ਮੁੱਕਣ ਵਾਲੀ ਨਹੀਂ, ਸਦਾ ਹੀ ਜੀਵਨ 'ਚ ਰਸ ਭਰ ਦਿੰਦੀ ਹੈ। ਤੇ ਜਿਹੜੇ ਸਤ ਸੰਗਤ 'ਚ ਨਹੀਂ ਆਏ ਉਹਨਾਂ ਦੇ ਬਾਰੇ ਰਹਿ ਰਸ ਵਿੱਚ ਅਸੀਂ ਪੜ੍ਹਦੇ ਹਾਂ, ਜੋ ਸਤ ਸੰਗਤ ਸਰਨ ਨਹੀਂ ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਉਹਨਾਂ ਦੇ ਜੀਵਨ ਨੂੰ ਤ੍ਰਿਗਾਕਾਰ ਲਾਂਤ ਤੇ ਫਟਕਾਰ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਗੁਰੂ ਦੀ ਸ਼ਰਨ ਨਹੀਂ ਪਾਏ, ਸੰਗਤ ਵਿੱਚ ਨਹੀਂ ਆਏ, ਉਹਨਾਂ ਦੇ ਜੀਵਨ ਨੂੰ ਫਟਕਾਰ ਤੇ ਲਾਂਤ ਹੈ। ਸਾਹਿਬ ਕਹਿੰਦੇ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਏ। ਸੱਚੇ ਸਤਿਗੁਰੂ ਨੇ ਗੱਲ ਨੂੰ ਸਮਝਾ ਦਿੱਤਾ, ਸੋਝੀ ਤੇ ਗਿਆਤ ਕਰਵਾ ਦਿੱਤੀ ਕਿ ਭਾਈ ਸਾਧ ਸੰਗਤ ਵਿੱਚ ਆਉਣਾ ਕਰੋ। ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਤਾਈਏ ਬਾਬਾ ਕਬੀਰ ਸਾਹਿਬ ਨੇ ਕਿਹਾ, ਕਬੀਰ ਸੰਗਤ ਕਰੀਏ ਸਾਧਕੀ, ਅੰਤ ਕਰੇ ਨਿਰਬਾਹੋ। ਅਖੀਰ ਨਿਰਬਾਹ ਹੋ ਜਾਏਗਾ, ਜੀਵਨ ਦੀ ਬੇੜੀ ਜਿਹੜੀ ਤਰ ਜਾਏਗੀ, ਭਵਜਲੋਂ ਪਾਰ ਹੋ ਜਾਏਗੀ। ਤੇ ਸਾਧ ਹੈ ਸਤਿਗੁਰੂ। ਸਤਿਗੁਰੂ ਹੀ ਸੰਗਤ ਦੁਆਰਾ ਸਮਝਾਉਂਦੇ ਕਿ ਭਾਈ ਨਾਮ ਜਪਣ ਦਾ ਹੁਕਮ ਹੈ। ਇਹ ਨਾਮ ਤੁਸੀਂ ਭਾਵੇਂ ਇਸ ਜਨਮ ਵਿੱਚ ਜਪ ਲਓ, ਭਾਵੇਂ ਅਗਲੇ 'ਚ ਤੇ ਭਾਵੇਂ ਉਸ ਤੋਂ ਅਗਲੇ 'ਚ, ਨਾਮ ਜਪਣ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਭਾਵੇਂ 10ਵੀਂ ਵਾਰੀ ਹੋਰ ਜੂਨਾਂ ਵਿੱਚ ਭਟਕ ਕੇ ਜਪ ਲਓ ਤੇ ਭਾਵੇਂ ਅੱਜ ਜਪ ਲਓ, ਇਹ ਹੁਕਮ ਤੁਹਾਨੂੰ ਵਜਾਉਣਾ ਹੀ ਪੈਣਾ। ਭਾਵੇਂ ਅੱਜ ਸਮਝ ਲਓ ਤੇ ਭਾਵੇਂ 84 ਦਾ ਚੱਕਰ ਕੱਟ ਕੇ ਦੁਬਾਰਾ ਸਮਝ ਲਵੋ, ਇਹ ਹੁਣ ਤੁਹਾਡੇ ਤੇ ਨਿਰਭਰ ਹੈ। ਸਾਹਿਬ ਕਹਿੰਦੇ ਹੁਕਮ ਤੁਹਾਨੂੰ ਦੱਸ ਦਿੱਤਾ ਕਿ ਨਾਮ ਜਪਣ ਦਾ ਹੁਕਮ ਹੈ। ਸਾਧ ਸੰਗਤ 'ਚ ਆ ਕੇ ਐਵੇਂ ਇੱਧਰ ਉੱਧਰ ਖੱਬੇ ਸੱਜੇ ਦੀਆਂ ਗੱਲਾਂ ਨਾ ਕਰਿਆ ਕਰੋ, ਸਮਾਂ ਖਰਾਬ ਨਾ ਕਰਿਆ ਕਰੋ। ਸਤਿਗੁਰੂ ਨੇ ਤੁਹਾਨੂੰ ਸਮਝਾ ਦਿੱਤਾ ਹੈ, ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਗੁਰੂ ਨੇ ਵਿਚਾਰ ਤੁਹਾਡੀ ਝੋਲੀ 'ਚ ਪਾ ਦਿੱਤੀ ਹੈ। ਹੁਣ ਅੱਗੇ ਇਸ ਨੂੰ ਤੁਸੀਂ ਸਮਝੋ, ਕਮਾਓ, ਨਿਧਿਆਸਨ ਕਰੋ, ਜਿਸ ਕਰਕੇ ਸਤਿਗੁਰੂ ਦੀ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਪਾਤਰ ਬਣ ਜਾਓ। ਇਹ ਪਾਵਨ ਉਪਦੇਸ਼ ਸਾਹਿਬਾਂ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਜਿਸ ਦੇ ਦੁਆਰਾ ਦੋ ਮਹਾਨ ਥਾਵਾਂ ਦੀ ਔਰ ਅਵਸਥਾਵਾਂ ਦੀ ਔਰ ਸ਼ਕਤੀਆਂ ਦੀ ਸਾਹਿਬਾਂ ਨੇ ਮਹਾਨਤਾ ਦਰਸਾਈ ਹੈ। ਉਹ ਸ਼ਕਤੀ ਹੈ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ, ਤੇ ਸਾਧ ਸੰਗਤ ਹੈ ਟਿਕਾਣਾ ਜਿੱਥੋਂ ਸ਼ਕਤੀ ਪ੍ਰਾਪਤ ਹੁੰਦੀ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ, ਬੰਦਗੀ, ਸਤਿਗੁਰੂ ਦਾ ਹੁਕਮ। ਸੋ ਤਾਈਏ ਸਾਹਿਬਾਂ ਕਿਹਾ ਹੈ, ਧੰਨ ਗੁਰੂ ਅਮਰਦਾਸ ਜੀ ਦਾ ਪਾਵਨ ਬਚਨ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆ। ਜਿਹੜਾ ਗੁਰੂ ਦੀ ਰਜਾ ਵਿੱਚ ਆ ਜਾਏ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾ। ਗੁਰੂ ਦੇ ਹੁਕਮ ਵਿੱਚ ਤੁਰ ਪਵੋ, ਗੁਰੂ ਦੇ ਹੁਕਮ ਤੋਂ ਬਾਹਰ ਹੋ ਕੇ ਜਮਾਂ ਦੀਆਂ ਦੁੱਖਾਂ ਦੀਆਂ ਚੋਟਾਂ ਸੱਟਾਂ ਹੀ ਖਾਣੀਆਂ ਪੈਣਗੀਆਂ। ਜੀਵਨ 'ਚ ਸੁੱਖ ਲੱਭੋਗੇ, ਸੁੱਖ ਨਹੀਂ ਮਿਲੇਗਾ, ਦੁੱਖ ਆਏਗਾ। ਹਾਂ, ਸਤਿਗੁਰੂ ਦੇ ਦਰ ਤੇ ਆ ਜਾਓਗੇ, ਸੰਗਤ ਵਿੱਚ ਬੈਠੋਗੇ, ਗੁਰੂ ਦਾ ਹੁਕਮ ਸਮਝ ਲਵੋਗੇ ਤੇ ਸਾਹਿਬ ਕਹਿੰਦੇ ਫਿਰ ਜੀਵਨ 'ਚ ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਹਿਬਾਂ ਦਾ ਬਖਸ਼ਿਆ ਉਪਦੇਸ਼ ਸਾਡੇ ਹਿਰਦੇ, ਮਨ, ਚਿੱਤ, ਬੁੱਧ ਵਿੱਚ, ਅੰਤਸ਼ਕਰਨ ਵਿੱਚ ਵਸ ਜਾਏ। ਜੀਵਨ ਕਾਲ ਵਿੱਚ ਵਿਚਰਦਿਆਂ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਕਮਾ ਸਕੀਏ।
ਸਹਿਬਾਂ ਜੀ ਦੀ ਪਾਵਨ ਬਾਣੀ ਆਗਾਧ ਬੋਧ ਹੈ। ਤੁਸ਼ ਬੁੱਧੀ ਮਤ ਅਨੁਸਾਰ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਕਿਰਪਾ ਕਰਨੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਸਮਾਪਤੀ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ 부ਝਾਏ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰ